ਹੈਲੋ ਐਵਰੀਵਨ, ਕਿਵੇਂ ਸਾਰੇ ਕਿਵੇਂ ਚੱਲਦੀ ਤੁਹਾਡੀ ਪੇਪਰਾਂ ਦੀ ਤਿਆਰੀ। ਤੇ ਅੱਜ ਆਪਾਂ ਡਿਸਕਸ ਕਰਾਂਗੇ ਯੂਨਿਟ ਨੰਬਰ 3, ਠੀਕ ਹੈ ਜੀ। ਕਿ ਜਿਵੇਂ ਕਿ ਆਪਾਂ ਕਰ ਰਹੇ ਹਾਂ ਯੂਨਿਟ ਨੰਬਰ 10, ਠੀਕ ਹੈ। ਯੂਨਿਟ ਨੰਬਰ 10 ਤਾਂ ਆਪਾਂ ਕਰੀ ਜਾ ਰਹੇ ਹਾਂ, ਬਟ ਤੁਹਾਡਾ ਪੇਪਰ ਥੋੜ੍ਹਾ ਨੇੜੇ ਆ ਗਿਆ ਅਕਤੂਬਰ ਵਿੱਚ। ਅਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਯੂਨਿਟ ਨੰਬਰ 3 ਹੈ, ਬਹੁਤ ਈਜ਼ੀ ਯੂਨਿਟ ਹੈ। ਅਗਰ ਤੁਸੀਂ ਖੁਦ ਤੋਂ ਵੀ ਕਰਦੇ ਹੋ ਬਹੁਤ ਈਜ਼ੀ ਵੇ ਨਾਲ ਹੁੰਦੀ, ਕਿਉਂਕਿ ਜਿਹੜਾ ਆਪਾਂ B.Ed ਤੁਸੀਂ M.Ed ਵੀ ਕੀਤੀ ਹੋਈ ਹੈ ਤੁਸੀਂ, ਠੀਕ ਹੈ। M.A ਭਾਵੇਂ ਤੁਸੀਂ M.A ਐਜੂਕੇਸ਼ਨ ਵਿੱਚ ਵੀ ਕੀਤੀ ਹੋਈ ਹੈ, ਅਤੇ ਇਹ ਟੋਪਿਕ ਤੁਸੀਂ ਪੜ੍ਹੇ ਹੁੰਦੇ ਹੈ, ਠੀਕ ਹੈ। ਅਤੇ ਬਹੁਤ ਹੀ ਈਜ਼ੀ ਟੋਪਿਕਸ ਨੇ, ਔਰ ਅਗਰ ਤੁਸੀਂ ਧਿਆਨ ਨਾਲ ਪੜ੍ਹਦੇ ਹੋ ਤਾਂ 5 ਦਿਨਾਂ ਵਿੱਚ ਇਹ ਟੋਪਿਕ ਹੋ ਜਾਂਦਾ। 5 ਨਹੀਂ, ਚਲੋ ਹਫ਼ਤਾ ਲਾ ਲਓ, ਅਤੇ ਹਫ਼ਤੇ ਵਿੱਚ ਹੋ ਜਾਂਦਾ। ਤੁਹਾਨੂੰ ਜਿਵੇਂ ਪਤਾ ਹਰ ਯੂਨਿਟ ਵਿੱਚੋਂ ਕਿੰਨੇ ਕੁਐਸਚਨ ਆਉਣੇ ਆ, 10 ਕੁਐਸਚਨ ਆਉਣੇ ਨੇ, ਹੈ ਨਾ। ਅਤੇ ਮਤਲਬ 20 ਮਾਰਕਸ। ਅਤੇ ਇਹ ਵਾਲੀ ਯੂਨਿਟ ਬਹੁਤ ਇੱਦਾਂ ਈਜ਼ੀ ਹੈ, ਔਰ ਬਹੁਤ ਈਜ਼ੀ ਕੁਐਸਚਨਸ ਆਉਂਦੇ ਨੇ, ਕੋਈ ਡਿਫੀਕਲਟ ਕੁਐਸਚਨਸ ਨਹੀਂ ਆਉਂਦੇ, ਠੀਕ ਹੈ। ਅਤੇ ਮੋਸਟ ਜਿਹੜਾ ਹੁੰਦੀ ਹੈ ਯੂਨਿਟ ਜਿਸ 'ਚੋਂ ਆਪਾਂ ਬਹੁਤ ਜ਼ਿਆਦਾ ਨੰਬਰ ਗੇਨ ਕਰਨੇ ਹੁੰਦੇ ਆ, ਠੀਕ ਹੈ। ਅਤੇ ਇਹ ਵਾਲੀ ਯੂਨਿਟ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਚਲੋ ਮੈਂ ਡਿਸਕਸ ਕਰਦੀ ਹਾਂ ਕਿ ਕੀ ਕਰਨਾ ਇਸ 'ਚ, ਕਿਹੜੇ ਇੰਪੋਰਟੈਂਟ ਆਰਟੀਕਲਸ ਨੇ। ਜਿਵੇਂ ਕਿ ਗਰੋਥ ਐਂਡ ਡਿਵੈਲਪਮੈਂਟ ਕੰਸੈਪਟ ਐਂਡ ਦ ਪ੍ਰਿੰਸੀਪਲ। ਤੁਸੀਂ ਇਹਦੇ ਕੰਸੈਪਟ ਪੜ੍ਹਿਆ ਹੋਵੇਗਾ, ਗਰੋਥ ਕੀ ਹੁੰਦੀ ਹੈ ਜਾਂ ਡਿਵੈਲਪਮੈਂਟ ਕੀ ਹੁੰਦੀ ਹੈ। ਦੋਨਾਂ ਦਾ ਡਿਫਰੈਂਸ ਪਤਾ ਹੋਣਾ ਚਾਹੀਦਾ ਕਿ ਗਰੋਥ ਕੀ ਹੁੰਦੀ ਹੈ, ਸਿਰਫ ਫਿਜ਼ੀਕਲ ਹੁੰਦੀ ਹੈ। ਡਿਵੈਲਪਮੈਂਟ ਵਿੱਚ ਕੀ ਆਉਂਦਾ, ਫੰਕਸ਼ਨਿੰਗ ਆ ਜਾਂਦੀ ਹੈ, ਸੋਸ਼ਲ ਮੋਰਲ, ਇਹ ਸਭ ਆ ਜਾਂਦਾ, ਠੀਕ ਹੈ। ਪ੍ਰਿੰਸੀਪਲ ਤੁਸੀਂ ਪੜ੍ਹੇ ਹੋਣੇ ਕਾਫੀ, ਜਿੰਨੇ ਵੀ ਪ੍ਰਿੰਸੀਪਲ ਹੈ ਠੀਕ ਹੈ। ਪ੍ਰੋਕਸੀਮਿਟੀ ਪ੍ਰਿੰਸੀਪਲ ਹੁੰਦਾ ਹੈ, ਕਾਫੀ 12-20 ਪ੍ਰਿੰਸੀਪਲ ਹੁੰਦੇ ਨੇ ਨਾ। ਤੁਸੀਂ JS ਵਾਲੀ ਦੀ ਬੁੱਕ ਚੱਕ ਲਿਓ, ਉਸ 'ਚੋਂ ਪ੍ਰਿੰਸੀਪਲ ਬਹੁਤ ਅੱਛੇ ਦਿੱਤੇ ਹੋਏ ਆ, ਠੀਕ ਹੈ। ਤੁਸੀਂ B.Ed ਈਵਨ ਤੁਸੀਂ B.Ed 'ਚ ਕੀਤੀ ਹੋਈ ਹੈ ਸਭ ਨੇ, ਤਾਂ B.Ed ਦੇ ਵਿੱਚ ਵੀ ਆਉਂਦੇ ਨੇ। ਈਵਨ M.Ed ਦੇ ਵਿੱਚ ਵੀ ਉਹਦੇ ਪ੍ਰਿੰਸੀਪਲ ਹੁੰਦੇ ਨੇ, ਸਕਾਈਕਸ, ਠੀਕ ਹੈ। ਕਾਫੀ ਪ੍ਰਿੰਸੀਪਲਸ ਨੇ, ਜਿੰਨੇ ਵੀ ਪ੍ਰਿੰਸੀਪਲ ਸਭ A to Z ਪ੍ਰਿੰਸੀਪਲਸ ਕਰਨੇ ਨੇ। ਕੁਐਸਚਨ ਆਉਂਦਾ ਹੈ ਪ੍ਰਿੰਸੀਪਲ ਤੋਂ ਕਿ ਕਿਹੜਾ ਪ੍ਰਿੰਸੀਪਲ ਦਾ ਮਤਲਬ ਕੀ ਹੈ, ਠੀਕ ਹੈ। ਫਿਰ ਆਉਂਦਾ ਕੋਗਨੇਟਿਵ ਪ੍ਰੋਸੈਸਿਸ ਇਨ ਦ ਸਟੇਜਿਸ ਆਫ ਦ ਕੋਗਨੇਟਿਵ ਡਿਵੈਲਪਮੈਂਟ। ਆਪਣੀ ਪਿਆਜੇ ਦੀ ਥਿਊਰੀ, ਠੀਕ ਹੈ। ਪਿਆਜੇ ਦੀ ਥਿਊਰੀ ਇਜ਼ ਵੈਰੀ ਇੰਪੋਰਟੈਂਟ, ਤੁਹਾਨੂੰ ਸਭ ਨੂੰ ਪਤਾ ਹੈ। ਈਵਨ ਤੁਸੀਂ C.TET ਦਾ ਪੇਪਰ ਦਿੰਦੇ ਹੋ, P.TET ਦਿੰਦੇ ਹੋ, H.TET ਦਿੰਦੇ ਹੋ, ਕੋਈ ਵੀ ਐਜੂਕੇਸ਼ਨਲ ਪੇਪਰ ਦਿੰਦੇ ਹੋ, ਪਿਆਜੇ ਦੀ ਥਿਊਰੀ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਤਾਂ ਪਿਆਜੇ ਨੇ ਜਿਹੜੀ ਆਪਣੀ 4 ਸਟੇਜਿਸ ਹੈ, ਸੈਂਸਰੀ ਮੋਟਰ ਹੋ ਗਈ, ਪ੍ਰੀ ਆਪਰੇਸ਼ਨਲ ਸਟੇਜ ਹੋ ਗਈ, ਫਾਰਮਲ ਹੋ ਗਈ, ਕੰਟਰੀਟ ਹੋ ਗਈ। ਇਹ ਬਹੁਤ ਇੰਪੋਰਟੈਂਟ ਸਟੇਜਿਸ ਸਾਰੀ ਉਸਦੇ ਬਾਰੇ ਪੜ੍ਹੋ ਕਿ ਦੇਖੋ ਨਾ ਹਰ ਪਿਆਜੇ ਨੇ ਕਿਹੜੀ ਸਟੇਜ ਵਿੱਚ ਕੀ ਹੈ, ਠੀਕ ਹੈ। ਮੇਨ ਪੁਆਇੰਟ ਕੀ ਪੁਆਇੰਟਸ ਕੀ ਹੁੰਦੇ ਨੇ। ਪ੍ਰੀ ਆਪਰੇਸ਼ਨਲ ਸਟੇਜ 'ਚ ਜਿਵੇਂ ਆਬਜੈਕਟ ਪਰਮਾਨੈਂਸ ਕੀ ਹੈ, ਤਾਂ ਮੇਨ ਕੀ ਪੁਆਇੰਟਸ, ਇਵੇਂ ਕੁਐਸਚਨ ਆਉਂਦਾ ਹੈ ਕਿ ਪਿਆਜੇ ਦੀ ਥਿਊਰੀ ਤਾਂ ਇੰਪੋਰਟੈਂਟ ਹੈ, ਲਿਖ ਲਓ, ਕਰਦੇ ਹਾਂ, ਠੀਕ ਹੈ। ਉਹ ਤੋਂ ਬਾਅਦ ਹੈ ਪਰਸਨੈਲਿਟੀ ਦੀ ਥਿਊਰੀ। ਪਰਸਨੈਲਿਟੀ ਦੀ ਡੈਫੀਨੇਸ਼ਨ ਪਰਸਨੈਲਿਟੀ ਕੀ ਹੁੰਦੀ ਹੈ, ਇਹ ਤੁਸੀਂ ਪੜ੍ਹਿਆ। ਇਵਨ ਇਹ ਜਿਹੜਾ ਫਸਟ ਪਾਰਟ ਹੈ ਸਾਰਾ B.Ed ਦਾ ਪਾਰਟ ਹੈ, ਕੋਈ ਨਹੀਂ ਹੈ M.Ed 'ਚ ਵੀ ਇਵਨ ਕਰ ਲੈਂਦਾ ਬੰਦਾ, ਪਰ B.Ed 'ਚ ਸਭ ਕੁਛ ਪੜ੍ਹਿਆ ਇਸ 'ਚ, ਠੀਕ ਹੈ। ਅਤੇ ਇਸ ਲਈ ਥੋੜ੍ਹਾ ਇਸਨੂੰ ਆਪਣੇ ਆਪ ਕਰੋ, ਠੀਕ ਹੈ। ਜਿਵੇਂ ਕਿ ਫਰੂਇਡ ਦੀ ਥਿਊਰੀ ਹੈ, ਇਡ ਈਗੋ ਐਂਡ ਸੁਪਰ ਈਗੋ, ਇੰਪੋਰਟੈਂਟ ਹੈ। ਅਤੇ ਉਹਨੇ ਕਿਹੜੀ ਚੀਜ਼ ਦਿੱਤੀ ਹੈ, ਫਰੂਇਡ ਨੇ ਪੜ੍ਹਿਆ ਹੋਏਗਾ, ਠੀਕ ਹੈ। ਕਿਹੜੀ ਉਹਦੀ 6 ਸਟੇਜਿਸ ਹੁੰਦੀ ਹੈ, ਫੈਲਿਕ, ਔਰਲ ਜਿਹੜੇ ਉਸਨੇ ਦਿੱਤੇ ਹੈ, ਠੀਕ ਹੈ। ਕਾਰਲ ਰੋਜਰ ਦੀ ਥਿਊਰੀ ਆ ਜਾਂਦੀ ਹੈ, ਅਤੇ ਵੈਰੀ ਇੰਪੋਰਟੈਂਟ ਹੈ। ਐਲਪੋਰਟ ਦੀ ਥਿਊਰੀ, ਐਲਪੋਰਟ ਨੇ 3 ਜਿਹੜੇ ਦੇ ਦਿੱਤੇ ਹੈ ਪ੍ਰਾਇਮਰੀ ਸਟੇਜ ਵਾਲੀ, ਉਹ ਪੜ੍ਹ ਲਓ, ਠੀਕ ਹੈ। ਕਾਊਂਟ ਕੋਫਰਾ ਦੀ ਥਿਊਰੀ ਹੈ, ਇਹ ਵੀ ਇੰਪੋਰਟੈਂਟ। ਦ ਪਰਸਨੈਲਿਟੀ ਦੀ ਜਿੰਨੀ ਵੀ ਥਿਊਰੀਜ਼ ਹੈ, ਉਹ ਜਪੈਨਜੀ ਵਾਲਾ ਦਿੱਤਾ ਹੈ ਨਾ, ਅਤੇ ਇਹ ਸਭ ਇੰਪੋਰਟੈਂਟ ਹੈ। ਮੈਂਟਲ ਹੈਲਥ ਐਂਡ ਮੈਂਟਲ ਹਾਈਜੀਨ, ਕਿ ਮੈਂਟਲ ਹੈਲਥ ਹੁੰਦੀ ਕੀ ਹੈ ਔਰ ਮੈਂਟਲ ਹਾਈਜੀਨ ਕੀ ਹੁੰਦਾ, ਇਹਦੇ ਡਿਫਰੈਂਸ ਪਤਾ ਹੋਣਾ ਚਾਹੀਦਾ ਤੁਹਾਨੂੰ ਦੋਨਾਂ। ਇਹਨਾਂ ਦੀ ਡੈਫੀਨੇਸ਼ਨਸ, ਇਸ ਦਾ ਮੇਨ ਤਾਂ ਇਹਦੀ ਡੈਫੀਨੇਸ਼ਨਸ ਪਤਾ ਹੋਣੀ ਚਾਹੀਦੀ, ਮੈਂਟਲ ਹੈਲਥ ਦੀ ਔਰ ਮੈਂਟਲ ਹਾਈਜੀਨ ਦੀ। ਪੇਪਰ 'ਚ ਕੁਐਸਚਨ ਆ ਹੀ ਜਾਂਦਾ। ਫਰੂਇਡ ਦੀ ਥਿਊਰੀ ਪਤਾ ਹੋਣੀ ਚਾਹੀਦੀ ਕਿ ਫਰੂਇਡ ਦੀ ਥਿਊਰੀ ਦਾ ਨਾਮ ਕੀ ਹੈ, ਕਾਰਲ ਰੋਜਰ ਦੀ ਥਿਊਰੀ ਦਾ ਨਾਮ ਕੀ ਹੈ। ਥਿਊਰੀ ਦਾ ਨਾਮ ਪਤਾ ਹੋਣਾ ਚਾਹੀਦਾ। ਪੇਪਰ 'ਚ ਕੁਐਸਚਨ ਆ ਜਾਂਦਾ ਕਿ ਕਿਸ ਨੇ ਕਿਹੜੀ ਥਿਊਰੀ ਦਿੱਤੀ ਹੈ, ਠੀਕ ਹੈ। ਥਿਊਰੀ ਦਾ ਨੇਮ ਆਉਣਾ ਚਾਹੀਦਾ, ਕਿ ਜਿਵੇਂ ਫਰੂਇਡ ਦੀ ਥਿਊਰੀ ਸਾਈਕੋਸੈਕਸ਼ੂਅਲ ਥਿਊਰੀ ਹੈ, ਅਤੇ ਉਹਦਾ ਨਾਮ ਪਤਾ ਹੋਵੇ। ਕਾਰਲ ਰੋਜਰ ਦੀ ਕਿਹੜੀ ਥਿਊਰੀ ਹੈ, ਠੀਕ ਹੈ। ਐਲਪੋਰਟ ਦੀ ਕਿਹੜੀ ਥਿਊਰੀ ਹੈ, ਅਤੇ ਇਵਨ ਥਿਊਰੀ ਦਾ ਨਾਮ ਪਤਾ ਹੋਣਾ ਚਾਹੀਦਾ। ਥਿਊਰੀ ਦੇ ਨਾਮ ਦੇ ਉੱਪਰ ਹੀ ਆ ਜਾਂਦਾ। ਤੁਹਾਨੂੰ ਸਾਇੰਟਿਸਟ ਦੇ ਨਾਮ ਦਿੱਤੇ ਹੋਣਗੇ, ਤੁਹਾਨੂੰ ਤੁਹਾਨੂੰ ਥਿਊਰੀ ਦੇ ਨਾਮ ਦਿੱਤੇ, ਤੁਸੀਂ ਮੈਥ ਦਾ ਫੋਲੋਇੰਗ ਕੁਐਸਚਨ ਆ ਜਾਂਦਾ। ਐਟਲੀਸਟ ਸਾਨੂੰ ਇਹ ਚੀਜ਼ ਹੋਣੀ ਚਾਹੀਦੀ ਹੈ, ਟਿਪਸ ਹੋਣੀ ਚਾਹੀਦੀ ਹੈ। ਪਿਆਜੇ ਦੀ ਜਿੰਨੀ ਵੀ ਆ, ਪਿਆਜੇ ਦੀ ਹੋ ਗਈ, ਵੈਕੌਕਸਟੀ ਦੀ ਹੋ ਗਈ, ਠੀਕ ਹੈ, ਔਰ ਈਵਨ ਆਪਣਾ ਆਈਜ਼ਨਿਕ ਦੀ ਹੋ ਗਈ, ਇਹ ਥਿਊਰੀਆਂ ਬਹੁਤ ਇੰਪੋਰਟੈਂਟ ਨੇ, ਠੀਕ ਹੈ। ਜਿਵੇਂ ਪਿਆਜੇ ਨੇ ਕੀ ਲਰਨਿੰਗ ਅਤੇ ਥੋਟ ਵਿੱਚ ਕੀ ਦੱਸਿਆ, ਕੀ ਰਿਲੇਸ਼ਨਸ਼ਿਪ ਹੁੰਦਾ, ਠੀਕ ਹੈ। ਜਿਹੜੀ ਆਪਣੀ ਵਿਗੋਸਟੀ ਦੀ ਥਿਊਰੀ ਹੈ, ਉਸ 'ਚ ਜਿੰਨੇ ਵੀ ਤੁਸੀਂ ਪੜ੍ਹਿਆ ਉਹਦੇ ਮੇਨ ਕੀ ਪੁਆਇੰਟਸ ਕਿਹੜੇ ਨੇ। ਸਕੈਲਫੋਲਡਿੰਗ ਹੋ ਗਿਆ, ਠੀਕ ਹੈ। ਇਹ ਇੰਪੋਰਟੈਂਟ ਪੁਆਇੰਟ ਤੁਸੀਂ ਯਾਦ ਕਰਨੇ ਨੇ, ਠੀਕ ਹੈ। ਉਹ ਤੋਂ ਬਾਅਦ ਹੈ ਆਪਣਾ B ਪਾਰਟ ਵੀ ਬਹੁਤ ਈਜ਼ੀ ਹੈ, ਤੁਸੀਂ ਈਵਨ B.Ed 'ਚ ਪੜ੍ਹਿਆ ਹੋਇਆ। ਅਪਰੋਚਿਸ ਟੂ ਦ ਇੰਟੈਲੀਜੈਂਸ ਥਿਊਰੀ। ਇੰਟੈਲੀਜੈਂਸ ਦੀਆਂ ਜਿੰਨੀ ਵੀ ਥਿਊਰੀਜ਼ ਹੈ, ਭਾਵੇਂ ਯੂਨਿਟਰੀ ਹੋ ਜੇ ਟੂ ਮਲਟੀਪਲ ਕੰਸੈਪਟ, ਮਲਟੀਪਲ ਥਿਊਰੀ, ਹੈ ਨਾ। ਜਿੰਨੀ ਵੀ ਥਿਊਰੀਆਂ ਪੜ੍ਹੀਆਂ, ਦੇਖੋ ਕਿਹੜੀ ਥਿਊਰੀਜ਼ ਹੈ। ਯੂਨਿਟਰੀ ਹੋ ਗਈ,
टू फैक्टर थ्योरी होगी, थॉर्नडाइक की थ्योरी होगी, मल्टीपल थ्योरी होगी, ठीक है, गार्डनर की होगी, ठीक है, आप स्टर्नबर्ग की थ्योरी होगी। किन्नियां थ्योरीज पढ़ियां, A to Z सानू याद होनी चाहिए। और गार्डनर की थ्योरी इज़ वेरी वेरी इंपॉर्टेंट। ये ना तुसी B.Ed की कोई भी बुक तुसी पढ़ी होएगी उस बुक चक लेना, गार्डनर की थ्योरी जिन्नी उन्हें 8 मल्टीपल स्टेजिज दित्ती हैं वो सब पता होना चाहिए। बहुत है स्टर्नबर्ग की PCA, ठीक है, प्रैक्टिकल क्रिएटिविटी और एनालिटिकल, ये इंपॉर्टेंट है, ठीक है। और असैसमेंट ऑफ इंटैलीजेंस किमें आप असैस कर सकते हैं, किहड़े टैसट है, जिवें बीटा आर्मी टैसट है, ठीक है, ये सब तुहानूं आना चाहिए। किहड़े अपने ईवन तुसी इंडियन भी इंडियन भी टैसट आने चाहिए असैसमेंट वाले और दूसरे भी इंडियन, जिवें कि पासी बैटरी टैसट आ गया, ठीक है, ये आना चाहिए। कंसैप्ट ऑफ प्रॉब्लम सॉल्विंग हुंदी की है, ਉਹਦੇ स्टैप की ने कि प्रॉब्लम सॉल्विंग तुसी किवें ਉਹ कर सकते हो, ठीक है, किवें क्या किहड़े स्टैप्स हुंदे ने कि किवें तुसी एक प्रॉब्लम सॉल्वर बच्चे नूं पढ़ा सकते हो, ये क्वेश्चन होना चाहिए। क्रिटिकल थिंकिंग, ठीक है, अगला प्रोजेक्ट है क्रिटिकल थिंकिंग थानूं सब कुछ आना चाहिए। क्रिटिकल थिंकिंग तुसी किवें की हुंदी है, पहले तो डेफिनेशनस पता होनी चाहिए कि प्रॉब्लम सॉल्विंग की डेफिनेशन की होनी चाहिए है, क्रिटिकल थिंकिंग की डेफिनेशनस की होंदा, मैटाकोगनीशन की होंदा, सब तो बड़ी वाली जिथे मैटाकोगनीशन सब तो हाई स्टेज होंदी है ना, कि जो थिंकिंग ओवर थिंकिंग आ जाती है ना, और क्रिएटिविटी ओरिजिनैलिटी आ जाती है जिते तुहाडी खुद की न्यू चीज़ कॉन्सैप्ट आता है, ठीक है, ये सब कुछ पता होना चाहिए तुहानूं किहड़े क्या इन्हां दे विच हुंदा है, क्या स्टैप्स ने, क्या इहदे करैक्टरिस्टिक्स ने। कोई भी जिवें कि सपोज कोई भी चीज़ तुसीं पढ़दे हो, पहला ਉਹਦੀ डेफिनेशनस वगैरह पता होनी चाहिए, ਉਹਦੀ करैक्टरिस्टिक्स क्या है, क्या फैक्टर्स ने की इफैक्ट करते हैं, ये सब कुछ ਇਹਦੇ ਵਿੱਚ आंदा है, ठीक है। क्रिएटिविटी भी सानूं आनी चाहिए है, क्रिएटिविटी के फीचर्स क्या है, क्रिएटिविटी के जिन्ने काफ़ी फीचर्स होंदे ने, क्रिएटिविटी के जिन्ने भी की होंदे हैं, क्रिएटिविटी के किहड़े असैसमेंट किवें कर सकते हैं, जिवें कि ब्रेन स्टॉर्मिंग होगी, प्रॉब्लम सॉल्विंग होगी, रोल प्ले होगा, एक्सैक्ट्रा एक्सैक्ट्रा, ठीक है। उस तो बाद है अपना, ठीक है, 2 पार्ट आप बिल्कुल क्लीयर करते हैं। तुसीं देखोगे जिहड़ा A पार्ट और B पार्ट है सारा परसनैलिटी जिन्ना भी हैगा B.Ed का पार्ट है, कोई भी M.Ed का कोई पार्ट नहीं है, सब कुछ B.Ed च कीता होया, ठीक है। हुण क्वेश्चन नंबर अपना देखो C पार्ट देखो, प्रिंसीपल एंड थ्योरी ऑफ लर्निंग। तुसीं जिन्नी भी लर्निंग की थ्योरी कीती है, किन्नियां कीतियां, पैलवेव की थ्योरी होगी, ऑपरेंट कंडीशनिंग थ्योरी होगी, ठीक है, स्किनर दी होगी, वेरी इंपॉर्टेंट, ठीक है, ये सारिया थ्योरीज तुसीं ईवन B.Ed च कीती हुई है, कोई B.Ed च सारी तुसीं B.Ed च कीती हुई, कोई ऐ नहीं है कि तुसीं M.Ed च कीती है, MA एजुकेशन कर B.Ed तुसीं A to Z थ्योरी कीती है, जिन्नी भी तुसीं थ्योरीज कीती है B.Ed च, ईवन तुसीं C.TET का पेपर दिता होवे, P.TET किन्ना आपां बार बार करदे ही हैं थ्योरीज, तो एटलीस्ट अपना इस पार्ट का पूरा रिवाइज कर लो साइकोलॉजी वाली, ठीक है। ब्रेविस्टिक कॉग्नेटिव सोशल थ्योरी ऑफ लर्निंग, कि बंडूरा की थ्योरी है, ठीक है, सोशल लर्निंग थ्योरी याद है, बंडूरा की थ्योरी है जिहड़ी बंडूरा ने कहा सी बोबोडोल वाली थ्योरी है जिहड़ी, ठीक है, किवें बच्चा एक सोशल करदा है कि सोशली किवें फैक्टर इफैक्ट करते हैं, ठीक है, और फैक्टर इफैक्टिंग द सोशल लर्निंग थ्योरी लर्निंग ये पढ़िया है सब, ठीक है, किहड़े हुंदे ने, जिवें तुसीं बंडूरा की थ्योरी याद कर लैनी, सारी बंडूरा थ्योरी दे विच जिहड़े 4 हुंदे ने, ठीक है, अटेंशन एप्रीवेशन, ये सब कुछ याद करना है तुसीं। सोशल कॉम्पीटेंसीज की होंदी है, डेफिनेशन पता होनी चाहिए कि हुंदा की है सोशल कॉम्पीटेंसी, ठीक है। कंसैप्ट ऑफ सोशल कॉग्निशन, अंडरस्टैंडिंग सोशल रिलेशनशिप एंड सोशलाइजेशन गोल, तुसीं जदों पढ़दे हो ਜਾਂ तुसीं एक चीज़ लिखदे हो ना सोशल लर्निंग, उसदे विच सब कुछ आ जांदा है, ठीक है। ईवन नैट तो भी पढ़िया तुसीं, ईवन ये जिहड़ी चीज़ है, ये वाली चीज़, ठीक है, ये वाला जिहड़ी आ वाली चीज़ तुसीं ईवन B.Ed च M.Ed च कीती होएगी पक्का, ये M.Ed च तुसीं फर्स्ट समैस्टर करदे हो तो सोशल लर्निंग थ्योरी उत्थों आंदी है, ठीक है, फर्स्ट समैस्टर दे विच ही ये सब कुछ आ जाता है। तो ये कोई वो बड़ी गल नहीं है कि फर्स्ट और सैकेंड समैस्टर तुसीं करदे हो, ये सारा पार्ट उहदा ही है, ईवन B.Ed और M.Ed प्लस करके, B.Ed दे 4 ਸਮੈਸਟਰ है ना क्लीयर करके, ਅਤੇ M.Ed ਦਾ फर्स्ट ਸਮੈਸਟਰ और सैकेंड ਸਮੈਸਟਰ, तो ਇਹਦੇ सारा कुछ ਉਹਦਾ ਤੁਹਾਡਾ सिलेबस है, ठीक है। D पार्ट है गाइडेंस एंड काउंसलिंग, नेचर प्रिंसीपल नीड टाइप ऑफ गाइडेंस। देखो जी गाइडेंस और काउंसलिंग पता होनी चाहिए गाइडेंस की होंदी है, ठीक है, गाइडेंस कोई भी दे सकता है, एक्सपर्ट की कोई जरूरत नहीं होंदी। काउंसलिंग की होंदी है, काउंसलिंग बाय एक्सपर्ट द्वारा दी जाती है, ठीक है, पता होना चाहिए डिफरेंस की है। जिहड़ी गाइडेंस होंदी है फेस टू फेस भी हो सकती है, भावें
फ़ोन वगैरह ते भी हो सकदी है, बट जिहड़ी काउंसलिंग हुंदी है हमेशा फेस टू फेस ही हुंदी है। ਇਹ ਜਿਹੇ ਥੋੜ੍ਹੀ ਥੋੜ੍ਹੀ ਡਿਫਰੈਂਸ ਪਤਾ ਹੋਣਾ ਚਾਹੀਦਾ। ਨੇਚਰ ਪ੍ਰਿੰਸੀਪਲਸ ਤੁਸੀਂ GS ਵਾਲੀ ਦੀ ਬੁੱਕ ਪ੍ਰੈਫਰ ਕਰ ਸਕਦੇ ਹੋ ਕਿ ਈਜ਼ੀਲੀ ਤੁਸੀਂ ਹੁੰਦਾ। ਈਵਨ ਗਾਈਡੈਂਸ ਔਰ ਕਾਉਂਸਲਿੰਗ ਤੁਹਾਡੇ ਕੋਲ 4th ਸਮੈਸਟਰ ਤੁਸੀਂ B.Ed ਦਾ ਕਰਦੇ ਹੋ, ਉਸ ਦੇ ਵਿੱਚ ਸਾਰਾ ਸਿਲੇਬਸ ਸੀ, ਠੀਕ ਹੈ। ਐਜੂਕੇਸ਼ਨਲ, ਵੋਕੇਸ਼ਨਲ, ਪਰਸਨਲ ਹੈਲਥ, ਸੋਸ਼ਲ, ਡਾਇਰੈਕਟਿਵ, ਨੋਨ ਡਾਇਰੈਕਟਿਵ, ਇਲੈਕਟਿਵ, ਠੀਕ ਹੈ। ਇਹ ਥਿਊਰੀਜ਼ ਇਹ ਪਤਾ ਹੋਣੀ ਚਾਹੀਦੀਆਂ ਕਿ ਡਾਇਰੈਕਟਿਵ ਕਿਹੜੀ ਨੂੰ ਲਰਨਰ ਸੈਂਟਰ ਨੂੰ ਕਹਿੰਦੇ ਨੇ, ਕਾਉਂਸਲਿੰਗ ਸੈਂਟਰ ਨੂੰ ਕਹਿੰਦੇ ਨੇ, ਨੋਨ ਡਾਇਰੈਕਟਿਵ ਨੂੰ ਆਪਾਂ ਕਿਹੜੀ ਸੈਂਟਰਡ ਕਾਉਂਸਲਿੰਗ ਹੈ, ਔਰ ਇਲੈਕਟਿਵ ਦੋਨਾਂ ਦਾ ਮਿਕਸਚਰ ਹੈ, ਕਿਸ ਨੇ ਦਿੱਤੀ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਡਾਇਰੈਕਟਿਵ ਜਿਹੜੀ ਕਾਉਂਸਲਿੰਗ ਹੈ ਉਹਦੇ ਬਾਰੇ ਕਿਸ ਨੇ ਉਸਨੂੰ ਕੀਤਾ ਹੈ, ਅਤੇ ਨੋਨ ਡਾਇਰੈਕਟਿਵ ਨੂੰ ਕਿਸ ਨੇ ਕੀਤਾ ਹੈ, ਇਲੈਕਟਿਵ ਨੂੰ ਕਿਸ ਨੇ ਕੀਤਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹਰ ਚੀਜ਼ ਉਹਦੀ ਕਿਹੜੇ ਉਹਦੇ ਸਟੈਪਸ ਹੁੰਦੇ ਨੇ, ਠੀਕ ਹੈ। ਕਿ ਪਹਿਲਾਂ ਕੀ ਹੁੰਦਾ, ਫਿਰ ਕੀ ਹੁੰਦਾ, ਫਿਰ ਫੋਲੋ ਅਪ ਹੁੰਦਾ, ਜਿਹੜੇ 8 ਸਟੈਪਸ ਨੇ ਤੁਹਾਨੂੰ A to Z ਇਹਦਾ ਸਟੈਪਸ ਵੀ ਪਤਾ ਹੋਣੇ ਚਾਹੀਦੇ ਆ। ਅਗਲਾ ਹੈ ਅਪਰੋਚਿਸ ਟੂ ਦ ਕਾਉਂਸਲਿੰਗ, ਕੋਗਨੇਟਿਵ, ਬਿਹੇਵੀਅਰ, RBT ਥਿਊਰੀ, ਠੀਕ ਹੈ। RBT ਥਿਊਰੀ ਸ਼ਾਇਦ ਤੁਸੀਂ ਪੜ੍ਹੀ ਹੈ, ਆਈ ਥਿੰਕ B.Ed M.Ed 'ਚ ਕੀਤੀ ਹੈ ਨਾ ਆਪਾਂ, ਰੈਸ਼ਨਲ ਮੋਟਿਵ ਥਿਊਰੀ ਵਾਲੀ RBT ਹੈ ਨਾ, ਯਾਦ ਹੈ। ਅਤੇ ਇਹ ਵਾਲੀ ਚਲੋ ਥਿਊਰੀ ਆਪਾਂ ਦੁਬਾਰਾ ਕਰ ਲਾਂਗੇ, ਚਲੋ ਮੈਂ ਕਰਾ ਦਿੰਦੀ, ਆਪਾਂ ਕਰ ਲਾਂਗੇ। ਇਹ ਥੋੜ੍ਹਾ M.Ed ਦਾ ਪਾਰਟ ਹੈ, ਜਿਹੜੇ ਬੱਚੇ ਫਸਟ ਸਮੈਸਟਰ ਜਾਂ ਸੈਕਿੰਡ ਸਮੈਸਟਰ 'ਚ ਹੈ M.Ed 'ਚ, ਉਹਨਾਂ ਨੇ ਨਹੀਂ ਕੀਤਾ ਕਿਉਂਕਿ 3rd ਸਮੈਸਟਰ 'ਚ। ਚਲੋ ਇਹ ਵਾਲਾ ਪਾਰਟ ਆਪਾਂ ਦੁਬਾਰਾ ਕਰ ਦਾਂਗੇ, ਠੀਕ ਹੈ। ਹਿਊਮਨਿਸਟਿਕ ਪਰਸਨਲ ਸੈਂਟਰਡ ਕਾਉਂਸਲਿੰਗ, ਕਾਰਲ ਰੋਜਰ ਦੀ ਥਿਊਰੀ ਹੈ, ਵੈਰੀ ਇੰਪੋਰਟੈਂਟ ਹੈ। ਪੜ੍ਹੀ ਹੋਏਗੀ ਤੁਸੀਂ ਸਾਰਿਆਂ ਨੇ। ਹਿਊਮਨਿਸਟਿਕ ਥਿਊਰੀ ਕੀ ਕਹਿੰਦਾ ਕਿ ਹਿਊਮਨਸ ਦੇ ਬਾਰੇ ਹੈ। ਥਿਊਰੀ ਆਫ ਕਾਉਂਸਲਿੰਗ, ਰੈਸ਼ਨਲ ਮੋਟਿਵ, ਰਿਲੇਟਿਵਿਟੀ ਥਿਊਰੀ, ਇਹ ਥੋੜ੍ਹਾ M.Ed ਦਾ ਪਾਰਟ ਹੈ। ਜੋ ਤੁਸੀਂ M.Ed 3rd ਸਮੈਸਟਰ ਕਰਦੇ ਹੋ, ਇਹ ਸਾਰਾ 3rd ਸਮੈਸਟਰ ਦਾ ਪਾਰਟ ਹੈ ਐਲਬਰਟ ਦੀ, ਠੀਕ ਹੈ। ਇਹ ਵੀ ਇੰਪੋਰਟੈਂਟ ਜਿਨ੍ਹਾਂ ਨੇ M.Ed 3rd ਸਮੈਸਟਰ ਕੀਤਾ ਹੈ, M.Ed ਜਿਨ੍ਹਾਂ ਨੇ ਪੂਰੀ ਹੋ ਗਈ ਹੈ, ਅਤੇ ਉਹਨਾਂ ਲਈ ਤਾਂ ਇਹ ਵਾਲੀ ਇੰਪੋਰਟੈਂਟ ਹੈ। ਅਗਰ ਜਿਨ੍ਹਾਂ ਨੇ ਨਹੀਂ ਕੀਤਾ ਤੁਸੀਂ ਈਵਨ ਆਪਾਂ ਚਲੋ ਮੈਂ ਇਹ ਵਾਲੀ ਥਿਊਰੀ ਕਰਾ ਦਾਂਗੀ, ਦੋ ਥਿਊਰੀਜ਼ ਕਰਾਂਗੇ ਆਪਾਂ, ਕਾਰਲ ਰੋਜਰ ਦੀ ਥਿਊਰੀ ਵੀ ਕਰ ਦਾਂਗੇ ਔਰ ਐਲਬਰਟ ਐਲਿਸ ਦੀ ਵੀ ਕਰਾਂਗੇ RBT ਥਿਊਰੀ, ਠੀਕ ਹੈ। ਵੈਰੀ ਇੰਪੋਰਟੈਂਟ ਹੈ। ਈਵਨ M.Ed 'ਚ ਈਵਨ ਕੁਐਸਚਨ ਵੀ ਪ੍ਰੋਪਰ ਇੱਕ ਪੂਰਾ ਕੁਐਸਚਨ ਆਉਂਦਾ ਇਸ 'ਚ, ਠੀਕ ਹੈ। ਅਤੇ ਅਗਰ ਤੁਸੀਂ ਇਹ ਵਾਲਾ ਪੂਰਾ ਸਿਲੇਬਸ ਦੇਖਿਆ ਹੋਏਗਾ, ਸਾਰਾ ਤੁਹਾਡਾ B.Ed ਦਾ ਪਾਰਟ ਹੈ, ਕੋਈ ਬੜਾ ਉਹ ਚੀਜ਼ ਨਹੀਂ ਹੈ। B.Ed ਦੇ 4th ਸਮੈਸਟਰ ਵਿੱਚ ਤੁਸੀਂ ਪੜ੍ਹਿਆ ਹੋਇਆ, ਅਤੇ M.Ed ਦਾ 1st ਸਮੈਸਟਰ ਅਤੇ 2nd ਸਮੈਸਟਰ। ਜਿਹੜੇ ਬੱਚੇ ਨੇ ਤਾਂ ਬਹੁਤ ਅੱਛੀ ਤਰ੍ਹਾਂ ਨੋਟਸ ਵੀ ਹੈਗੇ ਨੇ ਜਿਨ੍ਹਾਂ ਕੋਲ, ਤਾਂ ਉਹਨਾਂ ਲਈ ਤਾਂ ਇਹ ਕੋਈ ਬੜੀ ਗੱਲ ਨਹੀਂ ਹੈ। ਈਵਨ ਤੁਸੀਂ ਕਿਉਂਕਿ ਅਗਰ ਆਪਾਂ B.Ed ਕੀਤੀ ਹੋਈ ਹੈ ਤਾਂ ਹੀ M.Ed ਕੀਤੀ ਹੈ, ਤਾਂ ਹੀ ਆਪਾਂ ਪੇਪਰ ਦੇ ਰਹੇ ਹਾਂ। ਅਤੇ ਬੱਚੇ C.TET ਦੀ P.TET ਦੀ ਤਿਆਰੀ ਵੀ ਕਰਦੇ ਨੇ, C.TET P.TET U.P.TET ਕਿੰਨੀ ਤਰ੍ਹਾਂ ਦੀ ਤਿਆਰੀ ਕਰਦੇ ਨੇ। ਉਸ 'ਚ ਸਾਰੀ ਥਿਊਰੀਜ਼ ਆਉਂਦੀਆਂ, ਇੰਟੈਲੀਜੈਂਸ ਥਿਊਰੀ, ਸਕਿਨਰ ਹੋ ਗਿਆ, ਠੀਕ ਹੈ, ਲਰਨਿੰਗ ਦੀ ਥਿਊਰੀਜ਼ ਆਉਂਦੀਆਂ, ਪਰਸਨੈਲਿਟੀ ਦੀ ਥਿਊਰੀਜ਼, ਆਪਾਂ ਸਭ ਥਿਊਰੀਜ਼ ਪੜ੍ਹਦੇ ਨੇ। ਤਾਂ ਕੋਈ ਬੜੀ ਗੱਲ ਨਹੀਂ ਹੈਗੀ, ਬਹੁਤ ਹੀ ਨੋਰਮਲ ਜਾਂ ਠੀਕ ਹੈ ਸਿਲੇਬਸ ਹੈ, ਬਹੁਤ ਹੀ ਨੋਰਮਲ। ਕਹਿੰਦੀ ਨੋਰਮਲ ਕਿਆ ਈਜ਼ੀ ਯੂਨਿਟ ਹੈ ਜਿਹੜੀ ਤੁਹਾਡੀ 5 ਦਿਨਾਂ ਵਿੱਚ, 5 ਤਾਂ ਚਲੋ ਮੈਂ ਜ਼ਿਆਦਾ ਬੋਲ ਰਹੀ ਹਾਂ। ਈਵਨ ਜਿਹੜੇ ਪੜ੍ਹਨੇ ਵਾਲੇ ਬੱਚੇ ਹੁੰਦੇ 2 ਦਿਨਾਂ 'ਚ ਹੀ ਆਪਣਾ ਕੰਪਲੀਟ ਕਰ ਦਿੰਦੇ ਨੇ। ਇੱਕ ਚੀਜ਼ ਪੜ੍ਹਿਓ, 5 ਦਿਨ ਦਾ ਮਤਲਬ 5 ਦਿਨ ਹੀ ਲਾ ਕੇ ਚੱਲਿਓ। ਹਰ ਯੂਨਿਟ ਨੂੰ, ਹਰ ਇੱਕ ਪਾਰਟ ਨੂੰ ਅੱਛੀ ਤਰ੍ਹਾਂ ਵੇਖਿਓ, ਇੱਕ ਚੀਜ਼, ਠੀਕ ਹੈ। ਹਰ ਥਿਊਰੀ ਤੁਸੀਂ ਜਿਹੜਾ ਥਿਊਰੀ ਹੈ, ਹਰ ਥਿਊਰੀ ਦਾ ਨੇਮ ਤੁਹਾਨੂੰ ਪਤਾ ਹੋਣਾ ਚਾਹੀਦਾ, ਉਹਦੀ ਸ਼ਾਰਟ ਫਾਰਮ ਹੋ ਜਾਏ। ਜਿਵੇਂ 2 ਫੈਕਟਰ ਥਿਊਰੀ ਕਿਸ ਨੇ ਦਿੱਤੀ ਹੈ, ਸਟਰਨਬਰਗ ਨੇ ਦਿੱਤੀ ਹੈ। ਪੇਪਰ 'ਚ ਇਹੀ ਕੁਐਸਚਨ ਆ ਜਾਏਗਾ, ਸਟਰਨਬਰਗ। ਮਲਟੀਪਲ ਇੰਟੈਲੀਜੈਂਸ ਥਿਊਰੀ ਕਿਹਨੇ ਦਿੱਤੀ ਹੈ, ਗਾਰਡਨਰ ਨੇ ਦਿੱਤੀ ਹੈ। ਅਤੇ ਆਪਾਂ ਇਹ ਛੋਟੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਹੀ ਪੇਪਰ 'ਚ ਆਉਂਦੀਆਂ। ਮੈਥ ਦਾ ਫਾਲੋਇੰਗ, ਤੁਹਾਨੂੰ ਥਿਊਰੀ ਦਾ ਨਾਮ ਦਿੱਤਾ ਹੋਵੇਗਾ ਅਤੇ ਜਿਹਨੇ ਥਿਊਰੀ ਬਣਾਈ ਹੈ ਉਹਨਾਂ ਦਾ ਨਾਮ ਦਿੱਤਾ ਹੋਏਗਾ, ਤੁਸੀਂ ਮੈਚ ਕਰਨਾ ਹੋਏਗਾ ਪੇਪਰ 'ਚ, ਠੀਕ ਹੈ। ਇਹ ਬਹੁਤ ਇੰਪੋਰਟੈਂਟ ਹੈ, ਇਹੀ ਸਭ ਆਉਣਾ ਪੇਪਰ 'ਚ। ਔਰ ਮੇਬੀ ਤੁਹਾਨੂੰ ਆ ਸਕਦਾ ਹੈ ਕਿ ਕਿਸ ਨੇ ਥਿਊਰੀ ਦਿੱਤੀ ਹੈ, ਠੀਕ ਹੈ। ਸੋਸ਼ਲ ਲਰਨਿੰਗ ਥਿਊਰੀ ਬੰਡੂਰਾ ਨੇ ਦਿੱਤੀ ਹੈ, ਤਾਂ ਇਹਦਾ ਮੇਨ ਓਬਜੈਕਟਿਵ ਕੀ ਸੀ ਜਾਂ ਪਰਪਸ ਕੀ ਸੀ, ਕਰੈਕਟਰਿਸਟਿਕਸ ਕੀ ਸੀ, ਮੇਨ ਲਾਈਨਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ। ਉਹ 'ਚ ਮੇਨ ਫੈਕਟਰਸ ਕਿਹੜੇ ਹੁੰਦੇ ਆ। ਕਲੀਅਰ ਹੈ ਜੀ। ਅਤੇ ਅੱਜ ਵਾਸਤੇ ਆਪਾਂ ਇੰਨਾ ਹੀ ਕਰਦੇ ਹਾਂ। ਤਾਂ ਆਈ ਹੋਪ ਤੁਸੀਂ ਅੱਜ ਯੂਨਿਟ ਅੱਛੀ ਤਰ੍ਹਾਂ ਕਰੋਗੇ, ਔਰ ਈਜ਼ੀ ਯੂਨਿਟ ਹੈ, ਠੀਕ ਹੈ। ਔਰ ਇਸ ਨੂੰ ਕਰੋ। ਅਗਰ ਕੋਈ ਵੀ ਡਾਊਟ ਆਉਂਦਾ, ਕੋਈ ਵੀ ਤੁਹਾਨੂੰ ਕੋਈ ਚੀਜ਼ ਨਹੀਂ ਮਿਲਦੀ, ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਓ। ਆਈ ਵਿਲ ਪ੍ਰੋਵਾਈਡ ਯੂ ਨੋਟਸ, ਠੀਕ ਹੈ। ਮੇਰੇ ਕੋਲ ਹੈਗੇ ਨੇ ਨੋਟਸ, ਅਤੇ ਮੈਂ ਤੁਹਾਨੂੰ B.Ed ਦੇ M.Ed ਦੇ ਮੇਰੇ ਕੋਲ ਨੋਟਸ ਪਏ ਨੇ। ਅਗਰ ਤੁਹਾਨੂੰ ਚਾਹੀਦਾ ਹੈ ਤਾਂ ਪਲੀਜ਼ ਮੈਨੂੰ ਕਹੋ ਕਿ ਮੈਂ ਤੁਹਾਨੂੰ ਜ਼ਰੂਰ ਪ੍ਰੋਵਾਈਡ ਕਰਾਂਗੀ, ਠੀਕ ਹੈ। ਬਹੁਤ ਇੰਪੋਰਟੈਂਟ ਹੈ, ਕਰੋ ਇਸ ਨੂੰ। ਅਗਰ ਫਿਰ ਵੀ ਡਾਊਟ ਹੋਊਗਾ ਦੈਨ ਆਪਾਂ ਕਰਾਂਗੇ ਇਸ ਨੂੰ, ਠੀਕ ਹੈ। ਅਗਰ ਚਲੋ RBT ਥਿਊਰੀ ਵਾਲੀ ਹੈ, ਠੀਕ ਹੈ, ਕਾਰਲ ਰੋਜਰ ਦੀ, ਮੈਂ ਇੱਕ ਵਾਰੀ ਮੈਂ ਵੀ ਕਰਾ ਦਾਂਗੀ। ਚਲੋ ਇਹ ਵਾਲਾ ਜਿਹਨਾਂ ਨੇ M.Ed ਬੱਚੇ ਨੇ M.Ed 2nd 3rd 1st ਸਮੈਸਟਰ 'ਚ ਉਹਨਾਂ ਨੇ ਨਹੀਂ ਕੀਤਾ ਹੋਇਆ, ਜਿਹਨਾਂ ਨੇ M.Ed ਕਰ ਚੁੱਕੇ ਉਹਨਾਂ ਕੋਲ ਤਾਂ ਬਹੁਤ ਹੀ ਈਜ਼ੀ ਦਾ ਸਿਲੇਬਸ ਹੈ, ਉਹਨਾਂ ਵਾਸਤੇ ਤਾਂ ਕੋਈ ਬੜੀ ਚੀਜ਼ ਹੈ ਨਹੀਂ, ਠੀਕ ਹੈ। ਕਲੀਅਰ ਹੈ। ਥੈਂਕ ਯੂ।